हेलो स्टूडेंट्स, हुण आपां करन जा रहे हाँ डिफरेंशिएबिलिटी दा लैक्चर 6। ਇਹਦੇ 'ਚ ਆਪਾਂ ਕੁਝ ਹੋਰ ਰਿਜ਼ਲਟਸ ਹੈ ਜਿਹੜੇ ਉਹ ਪੜਾਂਗੇ ਜਿਹੜੇ ਕਿ ਆਪਣੇ ਵਾਸਤੇ ਯੂਜ਼ਫੁਲ ਹੈ। ਤਾਂ ਉਸ ਤੋਂ ਪਹਿਲਾ ਰਿਜ਼ਲਟ ਹੈ ਦ ਲੋਗਰਿਥਮਿਕ ਫੰਕਸ਼ਨ ਇਜ਼ ਡਿਫਰੈਂਸ਼ੀਏਬਲ ਐਟ ਈਚ ਪੁਆਇੰਟ ਇਨ ਇਟਸ ਡੋਮੇਨ। ਪਿਛਲੇ ਲੈਕਚਰ 'ਚ ਆਪਾਂ ਲਿਖਿਆ ਸੀ ਕਿ ਕਿਹੜੇ ਕਿਹੜੇ ਫੰਕਸ਼ਨ ਹੈ ਜਿਹੜੇ ਐਵਰੀਵੇਅਰ ਡਿਫਰੈਂਸ਼ੀਏਬਲ ਹੈ। ਹੁਣ ਆਪਾਂ ਉਹ ਲਿਖ ਰਹੇ ਹਾਂ ਕੁਝ ਜਿਹੜੇ ਕਿ ਆਪਦੀ ਸਿਰਫ ਡੋਮੇਨ ਤੇ ਹੀ ਡਿਫਰੈਂਸ਼ੀਏਬਲ ਹੈ। ਜਿਵੇਂ ਲੋਗ ਫੰਕਸ਼ਨ ਹੈ ਜਿਹੜਾ ਇਹ ਆਪਦੀ ਡੋਮੇਨ ਤੇ ਹੀ ਡਿਫਰੈਂਸ਼ੀਏਬਲ ਹੈ, ਇਹ ਆਪਾਂ ਯਾਦ ਰੱਖਣੇ ਹੈ। ਟ੍ਰਿਗਨੋਮੈਟਰੀ ਫੰਕਸ਼ਨਸ ਦੀ ਜੇ ਆਪਾਂ ਗੱਲ ਕਰੀਏ ਤਾਂ ਟੋਟਲ ਆਪਣੇ ਕੋਲੇ 6 ਟ੍ਰਿਗਨੋਮੈਟਰੀ ਫੰਕਸ਼ਨਸ ਹੁੰਦੇ ਆ। ਉਹਨਾਂ ਚੋਂ ਸਾਈਨ ਤੇ ਕੋਸ ਜਿਹੜੇ ਸੀਗੇ ਉਹ ਸੀਗੇ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ ਦੀ ਕੈਟਾਗਰੀ 'ਚ। ਬਾਕੀ 4 ਰਹਿ ਗਏ ਸੀਕੈਂਟ, ਕੋਸੀਕੈਂਟ, ਟੈਂਜੈਂਟ, ਕੋਟੈਂਜੈਂਟ। ਇਹ ਚਾਰੋਂ ਹੈ ਜਿਹੜੇ ਇਹ ਹੁੰਦੇ ਆ ਆਪਦੀ ਡੋਮੇਨ ਤੇ ਡਿਫਰੈਂਸ਼ੀਏਬਲ। ਇਹ ਧਿਆਨ ਰੱਖਣਾ ਆਪਾਂ, ਠੀਕ ਹੈ, ਯਾਦ ਰੱਖਣਾ। ਇਨਵਰਸ ਟ੍ਰਿਗਨੋਮੈਟਰਿਕ ਫੰਕਸ਼ਨਸ ਦੇ ਵਿੱਚੋਂ ਇਹ ਦੇਖੋ 6 ਦੇ 6 ਆਪਾਂ ਲਿਖ ਲਏ। ਤਾਂ ਇਹਨਾਂ ਚੋਂ ਜਿਨ੍ਹਾਂ ਤੇ ਮੈਂ ਬਾਕਸ ਲਗਾਇਆ ਦੇਖੋ ਟੈਨ ਇਨਵਰਸ ਤੇ ਕੋਟੈਂਜੈਂਟ ਇਨਵਰਸ, ਇਹ ਦੋਨੇ ਹੈਗੇ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨਸ। ਬਾਕੀ 4 ਜਿਹੜੇ ਬਚ ਗਏ ਸਾਈਨ ਇਨਵਰਸ, ਕੋਸ ਇਨਵਰਸ, ਸੀਕੈਂਟ ਇਨਵਰਸ, ਕੋਸੀਕੈਂਟ ਇਨਵਰਸ, ਇਹ ਆਪਦੀ ਡੋਮੇਨ ਤੇ ਡਿਫਰੈਂਸ਼ੀਏਬਲ ਹੈ। ਇਹੀ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀਗੀਆਂ ਕੰਟੀਨਿਊਟੀ 'ਚ। ਇਹ ਸੇਮ ਚਾਰਟ ਹੀ ਸੀਗਾ। ਉੱਥੇ ਕੀ ਸੀਗਾ, ਇਹ ਸਾਈਨ ਇਨਵਰਸ, ਕੋਸ ਇਨਵਰਸ, ਸੀਕੈਂਟ ਇਨਵਰਸ, ਕੋਸੀਕੈਂਟ ਇਨਵਰਸ ਇਹ ਕੰਟੀਨਿਊਸ ਸੀਗੇ ਆਪਦੀ ਡੋਮੇਨ ਤੇ। ਟੈਨ ਇਨਵਰਸ ਤੇ ਕੋਟ ਇਨਵਰਸ ਸੀਗੇ ਐਵਰੀਵੇਅਰ ਕੰਟੀਨਿਊਸ। ਠੀਕ ਹੈ, ਹੁਣ ਵਰਡ ਕਿਹੜਾ ਆ ਗਿਆ, ਡਿਫਰੈਂਸ਼ੀਏਬਲ। ਬਾਕੀ ਸਾਰਾ ਸੇਮ ਹੈ। ਓਕੇ, ਫੋਰਥ ਗੱਲ ਕਰੀਏ ਆਪਾਂ ਤਾਂ ਸਮ ਆਫ ਟੂ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ ਇਜ਼ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ। ਕਹਿੰਦਾ ਜੇ ਦੋ ਫੰਕਸ਼ਨ ਜਿਹੜੇ ਕਿ ਬਾਈ ਨੇਚਰ ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਜਿਵੇਂ ਸਾਈਨ ਤੇ ਕੋਸ ਆਪਾਂ ਨੂੰ ਪਤਾ ਹੈ ਐਵਰੀਵੇਅਰ ਹੈ ਇਕੱਲੇ ਇਕੱਲੇ ਇਹ, ਜੇ ਇਹਨਾਂ ਨੂੰ ਜੋੜਾਂਗੇ ਤਾਂ ਜਿਹੜਾ ਫੰਕਸ਼ਨ ਬਣੂਗਾ ਉਹ ਵੀ ਕੀ ਹੋਏਗਾ, ਐਵਰੀਵੇਅਰ ਡਿਫਰੈਂਸ਼ੀਏਬਲ। ਫਿਫਥ ਤੇ ਆਪਾਂ ਦੇਖੀਏ ਤਾਂ ਡਿਫਰੈਂਸ ਆਫ ਟੂ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨਸ ਇਜ਼ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ। ਤਾਂ ਦੋ ਫੰਕਸ਼ਨਸ ਜਿਵੇਂ ਸਾਈਨ ਤੇ ਕੋਸ ਇਕੱਲੇ ਇਕੱਲੇ ਤਾਂ ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਤਾਂ ਇਹਨਾਂ ਨੂੰ ਜੇ ਮਾਈਨਸ ਕਰਕੇ ਬਣਾਵਾਂਗੇ ਇੱਕ ਨਵਾਂ ਫੰਕਸ਼ਨ ਤਾਂ ਉਹ ਵੀ ਕੀ ਹੋਏਗਾ, ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ ਹੀ ਕਿਹਾ ਜਾਊਗਾ। ਇਸੇ ਤਰ੍ਹਾਂ ਪ੍ਰੋਡਕਟ ਹੈ ਜਿਹੜੀ ਦੋ ਐਵਰੀਵੇਅਰ ਫੰਕਸ਼ਨਸ ਦੀ ਪ੍ਰੋਡਕਟ ਸਾਈਨ ਤੇ ਕੋਸ, ਇਹਨਾਂ ਦੀ ਪ੍ਰੋਡਕਟ ਵੀ ਕੀ ਹੋਏਗੀ, ਐਵਰੀਵੇਅਰ ਡਿਫਰੈਂਸ਼ੀਏਬਲ। ਬਟ ਕੁਐਸਚਨ 'ਚ ਆਪਾਂ ਥੋੜ੍ਹਾ ਧਿਆਨ ਰੱਖਣਾ ਹੈ। ਆ ਦੇਖੋ ਕੁਐਸਚਨ ਬਾਰੇ ਕੀ ਲਿਖਿਆ, ਕੋਸ਼ੈਂਟ ਆਫ ਟੂ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨਸ ਇਜ਼ ਨੋਟ ਆਲਵੇਜ਼ ਐਵਰੀਵੇਅਰ ਡਿਫਰੈਂਸ਼ੀਏਬਲ। ਤਾਂ ਆਪਾਂ ਇਹ ਨਹੀਂ ਕਹਿਣਾ ਹੈਗਾ ਜਲਦਬਾਜ਼ੀ 'ਚ ਕਿ ਦੋ ਫੰਕਸ਼ਨ ਇਕੱਲੇ ਇਕੱਲੇ ਐਵਰੀਵੇਅਰ ਡਿਫਰੈਂਸ਼ੀਏਬਲ ਹੈ ਤਾਂ ਉਹਨਾਂ ਨੂੰ ਡਿਵਾਈਡ ਕਰਕੇ ਵੀ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ ਬਣੂਗਾ। ਆ ਦੇਖੋ ਐਗਜ਼ਾਮਪਲ ਦੇ ਥਰੂ ਆਪਾਂ ਸਮਝਦੇ ਹਾਂ, ਕਿਉਂਕਿ ਆਪਣੇ ਕੋਲੇ ਸਾਈਨ ਹੈ ਜਿਹੜਾ ਉਹ ਵੀ ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਕੋਸ ਵੀ ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਪਰ ਇਹਨਾਂ ਨੂੰ ਡਿਵਾਈਡ ਕਰਕੇ ਫੰਕਸ਼ਨ ਕੀ ਬਣ ਰਿਹਾ ਆਪਣੇ ਕੋਲੇ, tan x ਬਣ ਰਿਹਾ। ਤਾਂ tan x ਦਾ ਆਪਾਂ ਉੱਪਰ ਲਿਖਿਆ ਦੇਖੋ tan x ਤਾਂ ਹੈ ਹੀ ਨਹੀਂਗਾ ਐਵਰੀਵੇਅਰ ਡਿਫਰੈਂਸ਼ੀਏਬਲ। ਤਾਂ ਇਸ ਕਰਕੇ ਧਿਆਨ ਰੱਖਣਾ ਹੈ ਜਦੋਂ ਵੀ ਆਪਾਂ ਡਿਵਾਈਡ ਕਰਨਾ ਹੈ ਤਾਂ ਅਸੀਂ ਕਹਿਣਾ ਹੈ ਕਿ ਇਹ ਭਾਵੇਂ ਇਕੱਲੇ ਇਕੱਲੇ ਤਾਂ ਐਵਰੀਵੇਅਰ ਡਿਫਰੈਂਸ਼ੀਏਬਲ ਹੈਗੇ ਹੈ, ਬਟ ਜਦੋਂ ਡਿਵਾਈਡ ਕਰਾਂਗੇ ਤਾਂ ਇਹਦਾ ਰਿਸਕ ਰਹਿੰਦਾ ਹੈ ਕਿ ਇਹ ਜ਼ੀਰੋ ਨਾ ਹੋ ਜਾਏ। ਤਾਂ ਇਸ ਕਰਕੇ ਆਪਾਂ ਕਹਾਂਗੇ ਕਿ ਜੋ ਫੰਕਸ਼ਨ ਬਣੂਗਾ ਉਹ ਕੀ ਹੋਏਗਾ, ਡਿਫਰੈਂਸ਼ੀਏਬਲ ਬਟ ਆਪਦੀ ਡੋਮੇਨ ਤੇ, ਨੋਟ ਐਵਰੀਵੇਅਰ। ਠੀਕ ਹੈ, ਥੋੜ੍ਹਾ ਜਿਹਾ ਇਸ ਚੀਜ਼ ਦਾ ਧਿਆਨ ਰੱਖਣਾ, ਡਿਨੋਮੀਨੇਟਰ ਨੂੰ ਸਿਕਿਉਰ ਕਰਕੇ ਚੱਲਣਾ ਆਪਾਂ। ਆ ਦੇਖੋ ਹੁਣ ਮੈਂ ਇੱਥੇ ਸਟਾਰ ਮਾਰਕ ਕੀਤਾ ਹੈ, ਇਹ ਚੀਜ਼ ਆਪਾਂ ਧਿਆਨ ਨਾਲ ਪੜ੍ਹਨੀ। ਦੇਖੋ ਔਥਰਸ ਕੀ ਲਿਖਦੇ ਹੈ, ਔਥਰਸ ਲਿਖਦੇ ਹੈ ਸੇਮ ਅਬਾਊਟ ਸਮ ਪ੍ਰੋਡਕਟ ਡਿਫਰੈਂਸ ਐਂਡ ਕੋਸ਼ੈਂਟ। ਆ ਜਿਹੜੀਆਂ 4 ਗੱਲਾਂ ਲਿਖੀਆਂ ਤੁਸੀਂ ਦੇਖ ਸਕਦੇ ਹੋ ਬੁੱਕਸ ਦੇ ਵਿੱਚ ਕੀ ਲਿਖ ਦਿੰਦੇ ਔਥਰ ਕਿ ਸਮ, ਡਿਫਰੈਂਸ, ਪ੍ਰੋਡਕਟ ਤੇ ਕੋਸ਼ੈਂਟ ਆਫ ਡਿਫਰੈਂਸ਼ੀਏਬਲ ਫੰਕਸ਼ਨ ਇਜ਼ ਆਲਸੋ ਡਿਫਰੈਂਸ਼ੀਏਬਲ। ਇਹ ਗੱਲ ਗਲਤ ਹੈ ਬਿਕੋਜ਼ ਕੋਸ਼ੈਂਟ ਵੇਲੇ ਥੋੜ੍ਹਾ ਜਿਹਾ ਆਪਾਂ ਨੂੰ ਚੇਂਜ ਕਰਨਾ ਪੈਂਦਾ ਹੈ। ਇੱਥੇ ਦੇਖਿਆ ਆਪਾਂ ਜਿਵੇਂ ਇਸ ਸਟੈਪ ਤੇ ਆਪਾਂ ਸਮਝਿਆ, ਠੀਕ ਹੈ। ਤਾਂ ਸਿੱਧਾ ਨਹੀਂ ਕਹਿਣਾ ਗਾ ਕਿ ਜਿਵੇਂ ਮੰਨ ਲਓ ਇੱਥੇ ਕੋਈ ਬੱਚਾ ਕਹਿ ਦੇ ਕਿ ਸਾਈਨ ਐਕਸ ਐਵਰੀਵੇਅਰ ਕੰਟੀਨਿਊਸ ਹੈ, ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਕੋਸ ਐਕਸ ਐਵਰੀਵੇਅਰ ਡਿਫਰੈਂਸ਼ੀਏਬਲ ਹੈ, ਤਾਂ ਔਥਰਸ ਦੇ ਅਕੋਰਡਿੰਗ ਤਾਂ ਬੱਚਾ ਕਹੂਗਾ ਕਿ ਇਹਨਾਂ ਨੂੰ ਡਿਵਾਈਡ ਕਰੂੰਗਾ ਮੈਂ ਦੋਨੇ ਐਵਰੀਵੇਅਰ ਵਾਲਿਆਂ ਨੂੰ, ਤਾਂ ਉਹ ਵੀ ਜਿਹੜਾ ਫੰਕਸ਼ਨ ਬਣੂਗਾ ਨਵਾਂ ਉਹ ਵੀ ਐਵਰੀਵੇਅਰ ਡਿਫਰੈਂਸ਼ੀਏਬਲ ਹੋ ਜਾਊਗਾ। ਤਾਂ ਉਹ ਬਿਲਕੁਲ ਗਲਤ ਹੈ, ਇਸ ਚੀਜ਼ 'ਤੇ ਆਪਾਂ ਧਿਆਨ ਰੱਖਣਾ ਹੈ। ਡਿਫਰੈਂਸ਼ੀਏਬਲ ਹੋਏਗਾ ਬਟ ਆਪਦੀ ਡੋਮੇਨ 'ਤੇ, ਠੀਕ ਹੈ।
ਉਸ ਤੋਂ ਬਾਅਦ ਇੱਕ ਕੁਐਸਚਨ ਤੁਹਾਡੇ ਵਾਸਤੇ ਲਿਖਿਆ ਜਿਹਦਾ ਕਿ ਤੁਸੀਂ ਜਵਾਬ ਦਿਓਗੇ ਕਮੈਂਟ ਬਾਕਸ 'ਚ। f of x is equal to x plus 1 by x minus 2। ਤੇ ਇੱਥੇ ਲਿਖਿਆ ਰਾਈਟ ਅਬਾਊਟ ਡਿਫਰੈਂਸ਼ੀਏਬਿਲਿਟੀ ਅਕੋਰਡਿੰਗ ਟੂ ਯੂ ਇਨ ਕਮੈਂਟ ਸੈਕਸ਼ਨ। ਇਹਦੇ ਬਾਰੇ ਤੁਸੀਂ ਲਿਖਣਾ ਜੋ ਵੀ ਆਪਾਂ ਉੱਪਰ ਸਮਝਿਆ ਹੈ ਉਹਦੇ ਬਾਰੇ ਤੁਸੀਂ ਜੋ ਵੀ ਲਿਖੋਗੇ ਇੱਕ ਲਾਈਨ ਦੇ ਵਿੱਚ ਜਾਂ ਦੋ ਲਾਈਨਾਂ 'ਚ ਜੋ ਲਿਖਣਾ ਚਾਹੁੰਦੇ ਹੋ ਕਿ ਡਿਫਰੈਂਸ਼ੀਏਬਿਲਿਟੀ ਬਾਰੇ ਤੁਸੀਂ ਕੀ ਕਹੋਗੇ, ਜਿੰਨਾ ਵੀ ਤੁਸੀਂ ਬਰੀਫ 'ਚ ਲਿਖ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।